ਧੰਨ ਵਾਹਿਗੁਰੂ ਸਾਹਿਬ ਜੀਓ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹ ਲਿਹੋ ਅੰਗੁਰੀਆ। ਸ਼ਰਵਨ ਨਾ ਸੁਰਤ ਨੈਣ ਸੁੰਦਰ ਨਹੀਂ, ਆਰਤ ਦੁਆਰ ਰਟਤ ਪਿੰਗੁਰੀਆ। ਦੀਨਾ ਨਾਥ ਅਨਾਥ ਕਰੁਣਾਮੈ, ਸਾਜਨ ਮੀਤ ਪਿਤਾਮਹ ਤਰੀਆ। ਚਰਨ ਕਮਲ ਹਿਰਦੇ ਗਹਿ ਨਾਨਕ, ਪੈ ਸਾਗਰ ਸੰਤ ਪਾਰ ਉਤਰਿਆ। ਜੁਗਹੁ ਜੁਗ ਅਟਲ, ਚਵਰ ਛਤਰ ਤਖਤਾਂ ਦੇ ਮਾਲਕ, ਵਾਲੀਏ ਕੁਲ ਆਲਮ ਸ਼ਬਦਾ ਅਵਤਾਰ। ਸਰਬ ਸਾਂਝੀ ਵਾਲਤਾ ਦੇ ਰਹਿਬਰ, ਗਰੀਬ ਨਵਾਜ ਸਤਿਗੁਰੂ ਸਾਹਿਬ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਦਾ ਸਦਕਾ ਸੰਤ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਦੀ ਸਾਲਾਨਾ ਮਿੱਠੀ ਯਾਦ ਅੰਦਰ ਇਹ ਵਿਸ਼ੇਸ਼ ਸਮਾਗਮ ਮਹਾਂਪੁਰਖਾਂ ਵੱਲੋਂ ਆਪ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਏ ਜਾ ਰਹੇ ਹਨ। ਉੱਚ ਕੋਟੀ ਦੇ ਵਿਦਵਾਨਾਂ ਪਾਸੋਂ, ਕੀਰਤਨੀਆਂ ਪਾਸੋਂ ਆਪ ਜੀ ਨੇ ਹਰ ਜਸ ਸ਼੍ਰਵਣ ਕੀਤਾ ਹੈ। ਦਾਸ ਪਹਿਲੀ ਵਾਰ ਇਸ ਅਸਥਾਨ ਤੇ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੈ। ਅਕਸਰ ਅਸੀਂ ਦੇਖਦੇ ਹਾਂ ਵੀ ਸਾਡੀ ਸਿੱਖ ਕੌਮ ਦੇ ਅੰਦਰ ਅਸੀਂ ਜਿੰਨਾ ਜ਼ੋਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ 20 ਰੁਪਇਆਂ ਦੇ ਲੰਗਰਾਂ ਦੇ ਉੱਤੇ ਦਿੱਤਾ ਹੈ, ਉਹਨਾਂ ਜ਼ੋਰ ਅਸੀਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਵਿਦਿਆ ਦੀ ਦਾਤ ਕੌਮ ਨੂੰ ਬਖਸ਼ੀ ਹੈ ਉਹਦੇ ਵੱਲ ਸਾਡਾ ਧਿਆਨ ਜੋ ਹੈ ਬਹੁਤ ਘਟ ਗਿਆ ਹੈ। ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੱਲ ਅਖਾੜੇ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਫਾਖਾਨੇ, ਦਵਾਖਾਨੇ। ਸੋ ਮੈਂ ਸਮਝਦਾ ਹਾਂ ਵੀ ਇਹ ਜੋ ਅਸਥਾਨ ਹੈ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਸਦਕਾ, ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਲੈ ਕੇ ਚੱਲ ਰਹੇ ਹਨ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਵਿਦਿਆ ਦਾ ਸਿਧਾਂਤ ਹੈ, ਜੋ ਗੁਰਬਾਣੀ, ਜੋ ਗੁਰਮੁਖੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪੜ੍ਹਾਉਣਾ ਸ਼ੁਰੂ ਕੀਤੀ, ਤੇ ਉਸ ਦੇ ਨਾਲ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਮੱਲ ਅਖਾੜੇ ਬਣਾਏ। ਖੇਡਾਂ ਦਾ ਪ੍ਰਚਲਨ ਜੋ ਹੈ, ਕਸਰਤ ਦਾ ਪ੍ਰਚਲਨ ਜੋ ਹੈ, ਉਹ ਵੀ ਸਿੱਖੀ ਦਾ ਹਿੱਸਾ ਹੈ। ਸੋ ਸਾਡੇ ਸਮਾਜ ਦੀ ਇਹ ਜ਼ਰੂਰਤ ਹੈ। ਸਿੱਖ ਕੌਮ ਦੇ ਵਿੱਚ ਸਾਨੂੰ ਵਿਦਵਾਨਾਂ ਦੀ ਵੀ ਲੋੜ ਹੈ, ਸਾਨੂੰ ਖਿਡਾਰੀਆਂ ਦੀ ਵੀ ਲੋੜ ਹੈ, ਸਾਨੂੰ ਉੱਚ ਕੋਟੀ ਦੇ ਸੂਝਵਾਨ ਬੁੱਧੀਜੀਵੀਆਂ ਦੀ ਵੀ ਲੋੜ ਹੈ। ਸੋ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਇਹੋ ਜਿਹੇ ਵਿਦਵਾਨ ਮਹਾਂਪੁਰਖਾਂ ਨੂੰ ਦੇਖਦੇ ਹਾਂ, ਤੱਕਦੇ ਹਾਂ, ਉਹਨਾਂ ਦੀ ਕਰਨੀ ਦੇਖਦੇ ਹਾਂ, ਤੇ ਇਹ ਲੱਗਦਾ ਹੈ ਵੀ ਹਜੇ ਵੀ ਕੌਮ ਦੇ ਵਿੱਚ ਕੁਝ ਐਸੀਆਂ ਰੂਹਾਂ ਪਰਮੇਸ਼ਰ ਦੇ ਵੱਲੋਂ ਵਰਸਾਈਆਂ ਹੋਈਆਂ ਹਨ ਜੋ ਸਹੀ ਮਾਇਨੇ ਦੇ ਵਿੱਚ
ਸਿੱਖੀ ਦਾ ਪ੍ਰਚਾਰ ਪ੍ਰਸਾਰ ਜੋ ਹੈ ਉਹ ਸੰਸਾਰ ਭਰ ਦੇ ਅੰਦਰ ਲੈ ਕੇ ਚੱਲ ਰਹੇ ਹਨ, ਕਰ ਰਹੇ ਹਨ। ਤੇ ਜਿਨ੍ਹਾਂ ਮਹਾਂਪੁਰਖਾਂ ਦੀ ਅੱਜ ਮਿੱਠੀ ਯਾਦ ਅੰਦਰ ਬੈਠੇ ਹਾਂ, ਜੀਵਨ ਉਹਨਾਂ ਦਾ ਕਿਵੇਂ ਬਣਦਾ ਹੈ ਜਾਂ ਸਾਡਾ ਜੀਵਨ ਉਹਨਾਂ ਵਰਗਾ ਕਿਵੇਂ ਬਣ ਸਕਦਾ ਹੈ, ਤੇ ਇੱਕ ਛੋਟਾ ਜਿਹਾ ਨੁਕਤਾ ਮੈਂ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਭਗਤ ਰਵਿਦਾਸ ਜੀ ਦੇ ਅੰਮ੍ਰਿਤ ਬਚਨ ਹਨ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ। ਇਹ ਜਿਹੜੀ ਮੈਂ ਹੈ ਸਾਡੇ ਅੰਦਰ ਬਸ ਇਹੀ ਰੁਕਾਵਟ ਹੈ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਸਾਕਤ ਹਰ ਰਸ ਸਾਧ ਨਾ ਜਾਣਿਆ। ਅਸੀਂ ਜਿੰਨੇ ਵੀ ਇੱਥੇ ਆਏ ਹਨ ਤੇ ਸਾਡੇ ਚੋਂ ਬਹੁਤਿਆਂ ਨੂੰ ਲੱਗਦਾ ਹੋਵੇਗਾ ਵੀ ਆਨੰਦ ਨਹੀਂ ਆ ਰਿਹਾ, ਸਵਾਦ ਨਹੀਂ ਆ ਰਿਹਾ, ਕੀਰਤਨ ਦਾ ਸਵਾਦ ਨਹੀਂ ਆ ਰਿਹਾ, ਬਾਣੀ ਦਾ ਆਨੰਦ ਨਹੀਂ ਆ ਰਿਹਾ। ਤੇ ਇਹਦਾ ਮਤਲਬ ਇਹ ਨਹੀਂ ਕਿ ਕਹਿਣ ਵਾਲੇ ਵਕਤੇ ਦੇ ਵਿੱਚ ਕੋਈ ਊਣਤਾਈ ਹੈ ਜਾਂ ਸ਼ਬਦ ਦੇ ਵਿੱਚ ਕੋਈ ਊਣਤਾਈ ਹੈ। ਧਿਆਨ ਸਾਨੂੰ ਆਪਣੇ ਅੰਦਰ ਮਾਰਨਾ ਚਾਹੀਦਾ ਵੀ ਮੇਰੇ ਅੰਦਰ ਕਿਧਰੇ ਹਉਮੈ ਦਾ ਕੰਡਾ ਤੇ ਨਹੀਂ ਹੈ, ਕਿਉਂਕਿ ਪਾਤਸ਼ਾਹ ਦੀ ਬਾਣੀ ਦਾ ਫਰਮਾਨ ਹੈ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ, ਜਮਕਾਲ ਸਹੇ ਸਿਰ ਡੰਡਾ ਹੈ। ਸੋ ਇਹ ਹਉਮੈ ਦਾ ਜਿਹੜਾ ਕੰਡਾ ਹੈ, ਹਉਮੈ ਦਾ ਜੋ ਭਾਵ ਹੈ ਮਨੁੱਖੀ ਮਨ ਦੇ ਅੰਦਰ, ਇਹੀ ਪਰਮੇਸ਼ਰ ਤੇ ਜੀਵ ਦੇ ਦਰਮਿਆਨ ਦੀ ਦੂਰੀ ਹੈ, ਵਿੱਥ ਹੈ। ਜਿੰਨੀ ਹਉਮੈ ਜ਼ਿਆਦਾ ਉਨੀ ਦੂਰੀ ਜ਼ਿਆਦਾ। ਕਈ ਵਾਰੀ ਹਉਮੈ ਬੜੀ ਸੂਖਸ਼ਮ ਹੋ ਜਾਂਦੀ ਹੈ, ਬਿਲਕੁਲ ਭਾਂਭੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੁਹਰਾਇਓ, ਸਨਮੁਖ ਹੁੰਦਾ ਹੋਇਆ ਪਰਮੇਸ਼ਰ ਵੀ ਅਸੀਂ ਪਹਿਚਾਣ ਨਹੀਂ ਸਕਦੇ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਪਰਮੇਸ਼ਰ ਆਪਣੇ ਪਿਆਰਿਆਂ ਦੇ ਰੂਪ ਅੰਦਰ ਸਦਾ ਹੀ ਧਰਤੀ ਤੇ ਰਹਿੰਦਾ ਹੈ, ਲੇਕਿਨ ਜਿਨ੍ਹਾਂ ਦੇ ਅੰਦਰ ਹਉਮੈ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਹਉਮੈ ਦਾ ਪਰਦਾ ਹੁੰਦਾ ਹੈ, ਉਹ ਉਹਨਾਂ ਨੂੰ ਪਹਿਚਾਣ ਨਹੀਂ ਸਕਦੇ, ਪਹਿਚਾਣ ਨਹੀਂ ਪਾਉਂਦੇ। ਇਸ ਕਰਕੇ ਇਹ ਪਹਿਚਾਣ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਦੇ ਅੰਦਰੋਂ ਹਉਮੈ ਬੁੱਝੈ ਤਾਂ ਦਰ ਸੁੱਝੈ। ਜਦੋਂ ਹਉਮੈ ਬੁੱਝ ਜਾਂਦੀ ਹੈ, ਮਿਟ ਜਾਂਦੀ ਹੈ, ਫਿਰ ਉਹਦਾ ਦਰ ਸੁੱਝਦਾ ਹੈ, ਸਮਝ ਪੈਂਦੀ ਹੈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਸੋ ਇੱਥੇ ਆਏ ਹਾਂ, ਮਹਾਂਪੁਰਖਾਂ ਦੇ ਬਚਨ ਕਮਾਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਕਮਾਈਏ, ਕਿਉਂਕਿ ਆਪ ਜੀ ਨੇ ਬੁੱਧੀਜੀਵੀ ਵਿਦਵਾਨਾਂ ਪਾਸੋਂ ਸੁਣਿਆ ਹੈ ਵੀ ਇਹ ਸਮਾਂ ਜਿਹੜਾ ਹੈ ਬੜਾ ਭਿਆਨਕ ਹੈ, ਕਲਯੁਗ ਦਾ ਸਮਾਂ ਹੈ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਅੱਜ ਜਿਹੜੇ ਸਾਡੇ ਰਾਜੇ ਹਨ, ਸ਼ਾਸਕ ਹਨ, ਉਹ ਵੀ ਕਿਵੇਂ ਅਤਿਆਚਾਰੀ, ਦੁਰਾਚਾਰੀ, ਤਾਨਾਸ਼ਾਹ ਹੋਏ, ਪਰਜਾ ਦੇ ਉੱਤੇ ਤਰ੍ਹਾਂ ਤਰ੍ਹਾਂ ਦਾ ਜ਼ੁਲਮ ਧੱਕਾ ਜੋ ਹੈ ਉਹ ਲਾਗੂ ਕਰ ਰਹੇ ਹਨ। ਸੋ ਇਸ ਸਾਰੇ ਪ੍ਰਕਰਣ ਦੇ ਵਿੱਚ ਜੇ ਅਸੀਂ ਸੁਖ ਮੰਨਣਾ ਹੈ, ਆਨੰਦ ਦੇ ਵਾਹਿਗੁਰੂ ਜਿਨ੍ਹਾਂ ਨੂੰ ਸੰਤ ਗੁਰਦੇਵ ਸਿੰਘ ਜੀ ਭਾਈ ਕੀ ਸਮਾਧ ਵਾਲੇ, ਉਹਨਾਂ ਦੇ ਬਚਨਾਂ ਨਾਲ ਕਥਾ ਦੀ ਦਾਤ ਮਿਲੀ ਤੇ ਨਿਰਮਲ ਜਿਹੀ ਰੂਹ ਮਹਾਰਾਜ ਜੀ ਨੇ ਕੋਲ ਸੇਵਾ ਲੈਣ ਤੇ ਸਾਰਿਆਂ ਨੂੰ, ਆਪਾਂ ਸਾਰਿਆਂ ਨੂੰ ਨਿਰਮਲ ਬਣਾਉਣ। ਨਾਨਕ ਨਿਰਮਲ ਬੋਲੇ ਸੋ ਨਿਹਾਲ।